इंडिविजुअल पार्टीज़ की गल मैं कर दांगा। कांग्रेस के बादल दल नूं छड्ड के असीं पंजाब दे भले नहीं किसी नाल भी समझौता कर सकते। ਉਹਨਾਂ ਨਾਲੋਂ ਨਾਤਾ ਤੋੜਦੀ ਆ ਤੇ ਕਿਆ ਤੁਸੀਂ ਇੰਟਰਸਟਿਡ ਹੋ ਬੀਜੇਪੀ ਨਾਲ ਗੱਠਜੋੜ ਕਰਨ ਜੇ ਇਦਾਂ ਦੇ ਹਾਲਾਤ ਬਣਦੇ ਆ? हो सकता है, कुछ भी हो सकता है, क्यों नहीं हो सकता। अज कह दिए भी असीं 117 ते लड़ांगे, ये टू प्रीमेच्योर है। 1.5 साल की हजे समा है। असीं मौके के उत्ते जो हालात होणगे उन्हां नूं देख के जो भी मौके ते फैसले करनी होए वो करांगे। पहला तो थोड़ा धन्यवाद करते हैं सारे का। दूसरा, बड़ा लंबा समा लॉकडाउन करके एक्टिविटीज़ बंद रहन नहीं तो साढ़े सारे जोड़े साथी ने उन्होंने इच्छा सी भी हुण असीं जिहड़ा पब्लिक एक्टिविटी वधाईए। हालांकि कट तो कर नहीं सकते, पर फिर भी जिहड़ा साडे साथियों नाल राबता करना, उन्हां नाल सलाह मशवरा करना ते संतां महापुरखों का आशीर्वाद लेना, ये सारा हुण असीं आपदी जिहड़ी है पोलीटिकल एक्टिविटीज़ हुण शुरू कीतियां ने ते उस तहत अज हुशियारपुर दे विच असीं आए हैं ते बाकी प्रोग्रामां दा तुहानूं सारा पता ही है। बाकी जिहड़े साडे साथी ने ये भी आपदे वल्लों पूरा यतन कर रहे हैं। साडा देखो एम यही है भी ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਸਿਧਾਂਤ ਸੀ, ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਉਦੇਸ਼ ਸੀਗਾ, ਉਹਦੇ ਦੁਆਰੇ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਉਹਨਾਂ ਸਿਧਾਂਤਾਂ ਤੇ ਜਿਹੜੇ ਉਦੇਸ਼ਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਸਥਾਪਿਤ ਹੋਇਆ ਸੀ, ਉੱਥੇ ਜਿਹੜਾ ਹੈ ਉਸੇ ਚੀਜ਼ ਤੇ ਦੁਆਰੇ ਅਸੀਂ ਲਿਆ ਕੇ ਉੱਤੇ ਪਹਿਰਾ ਦੇਣਾ ਹੈਗਾ। ਇਹੀ ਸਾਡਾ ਜਿਹੜਾ ਮੁੱਖ ਨਿਸ਼ਾਨਾ ਹੈ। ਤੇ ਸਾਨੂੰ ਇਹ ਦੁੱਖ ਦੀ ਗੱਲ ਹੈ ਵੀ ਪਿਛਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਐਸੇ ਫੈਸਲੇ ਕੀਤੇ ਜਿਹੜੇ ਅੱਜ ਵੀ ਅਸੀਂ ਲੈ ਰਹੇ ਹਾਂ, ਜਿਹੜੇ ਸਾਡੇ ਮੂਲ ਸਿਧਾਂਤਾਂ ਦੇ ਉਲਟ ਹੈ। ਕਿਉਂਕਿ ਅਸੀਂ ਸ਼ੁਰੂ ਤੋਂ ਸ਼੍ਰੋਮਣੀ ਅਕਾਲੀ ਦਲ ਗੱਲ ਕਰਦੇ ਸੀ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ। ਅਸੀਂ ਕੀ ਕੀਤਾ? ਅਸੀਂ 370 ਤੇ ਸਮਰਥਨ ਕਰਤਾ, ਜੰਮੂ ਕਸ਼ਮੀਰ ਨੂੰ यूटी ਬਣਾਉਣ ਦਾ ਸਮਰਥਨ ਕਰਤਾ। ਅਸੀਂ ਕਰਦੇ ਸੀ ਕਿਸਾਨੀ ਦੀ ਗੱਲ ਕਰਦੇ ਸੀ ਤੇ ਅਸੀਂ ਆਰਡੀਨੈਂਸ ਜਿਹੜੇ ਨੇ ਉਹ ਕੈਬਨਿਟ ਦੇ ਵਿੱਚ ਆਰਡੀਨੈਂਸਾਂ ਦੀ ਸਪੋਰਟ ਕਰਤੀ। ਸੋ ਸਾਡਾ ਅਸੀਂ ਮਿਨੋਰਿਟੀਜ਼ ਦੀ ਗੱਲ ਕਰਦੇ ਸੀ, ਖੁਦ ਮਿਨੋਰਿਟੀ ਹੋਣ ਦੇ ਨਾਤੇ ਅਸੀਂ ਸੀਏ ਦਾ ਸਮਰਥਨ ਕਰਤਾ। ਸੋ ਇਹ ਸਾਰੀਆਂ ਗੱਲਾਂ ਜੇ ਅਸੀਂ ਦੇਖੀਏ ਸਾਡੇ ਅਸੀਂ ਮੂਲ ਸਿਧਾਂਤਾਂ ਤੋਂ ਹੀ ਫਿਰ ਸਾਨੂੰ ਜਿੱਥੇ ਕਿਸੇ ਸਮੇਂ ਜਿਹੜਾ ਹੈ ਪੰਥਕ ਅਗਵਾਈ ਕਰਦੀ ਸ਼੍ਰੋਮਣੀ ਅਕਾਲੀ ਦਲ ਸੀ, ਅੱਜ ਸਾਨੂੰ ਪੰਥ ਵਿਰੋਧੀ ਲੋਕ ਕਹਿ ਰਹੇ ਨੇ। ਕਿਉਂਕਿ ਚਾਹੇ ਬੇਅਦਬੀ ਹੋਈ, ਚਾਹੇ SGPC ਦੀ ਵਰਕਿੰਗ ਤੋਂ ਲਾ ਲਓ, ਇਹਦੇ ਕਰਕੇ ਸਾਰੇ ਹੀ ਜਿਹੜੇ ਢੀਂਡਸਾ ਸਾਹਿਬ, ਉਹਨਾਂ ਦੇ ਸਾਰੇ ਸਾਥੀ ਬਰੰਪੁਰਾ ਸਾਹਿਬ, ਸੇਖਵਾਂ ਸਾਹਿਬ, ਉਹਨਾਂ ਦਾ ਇਹੀ ਸੀਗਾ ਵੀ ਸ਼੍ਰੋਮਣੀ ਅਕਾਲੀ ਦਲ 'ਚ ਬੈਠ ਕੇ ਅਸੀਂ ਸਾਡੇ ਮੂਲ ਸਿਧਾਂਤਾਂ 'ਤੇ ਵਾਪਸ ਆਈਏ। ਬੜੀ ਦੇਰ ਯਤਨ ਵੀ ਉਹਨਾਂ ਨੇ ਕੀਤੇ, ਪਰ ਉਹਨਾਂ ਦੇ ਯਤਨਾਂ ਨੂੰ ਅਸਫਲ ਹੋਣ ਤੋਂ ਬਾਅਦ ਫਿਰ ਉਹਨਾਂ ਨੂੰ ਪਾਰਟੀ ਦੇ ਵਿੱਚ ਜਦੋਂ ਉਹਨਾਂ ਨੇ ਗੱਲ ਕੀਤੀ ਤਾਂ ਉਹਨੂੰ ਪਾਰਟੀ 'ਚੋਂ ਕੱਢ ਦਿੱਤਾ ਗਿਆ। ਤੇ ਫਿਰ ਅਸੀਂ ਜਿਹੜਾ ਹੈ ਆਪਦਾ ਮਿਸ਼ਨ ਨੂੰ ਜਾਰੀ ਰੱਖਣਾ ਤੇ ਮੈਨੂੰ ਪੂਰਾ ਭਰੋਸਾ ਹੈ ਵੀ ਅਸੀਂ ਉਸ ਸੋਚ ਨੂੰ ਦੁਆਰੇ ਜਾਕਰ ਕਰਨ ਦੇ ਵਿੱਚ ਸਫਲ ਹੋਵਾਂਗੇ। ਸਰ 370 ਦਾ ਜਿਹੜਾ ਉਹਨਾਂ ਨੇ ਸਮਰਥਨ ਕੀਤਾ ਉਹ ਗਲਤ ਸੀ? ਕਿਹੜਾ ਜੀ? 370 ਦਾ ਤੁਸੀਂ ਕਹਿੰਦੇ ਆ? ਹਾਂ, ਸਾਡਾ ਮੰਨਣਾ ਵੀ ਗਲਤ ਹੈ ਜੀ। ਅਸੀਂ ਸਾਡਾ ਕੀ ਸੀ ਮੇਨ ਸ਼੍ਰੋਮਣੀ ਅਕਾਲੀ ਦਲ ਦਾ ਸੂਬਿਆਂ ਨੂੰ, ਰਾਜਾਂ ਨੂੰ ਵੱਧ ਅਧਿਕਾਰ ਸੀ ਤੇ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਸਭ ਤੋਂ ਪਹਿਲਾਂ ਰੀਜਨਲ ਪਾਰਟੀ ਸੀ। ਉਸ ਤੋਂ ਬਾਅਦ ਹੋਰ ਰੀਜਨਲ ਪਾਰਟੀਜ਼ ਨੇ ਵੀ ਇਸ ਗੱਲ ਨੂੰ ਲੈ ਕੇ ਆਏ ਨੇ। ਸਾਊਥ ਦੀਆਂ ਰੀਜਨਲ ਪਾਰਟੀਜ਼, ਹੋਰ ਵੀ ਸਾਰੀਆਂ ਰੀਜਨਲ ਪਾਰਟੀਆਂ ਗੱਲ ਨੂੰ ਮੰਨਦੀਆਂ ਵੀ ਵੱਧ ਅਧਿਕਾਰ ਸੂਬਿਆਂ ਦੇ ਹੋਣੇ ਚਾਹੀਦੇ। ਸੋ ਇਸ ਕਰਕੇ 370 ਸੀ। 370 ਤੋਂ ਵੀ ਜਿਹੜਾ ਨੈਕਸਟ ਸਟੈਪ ਸੀਗਾ ਯੂਨੀਅਨ ਟੈਰੀਟਰੀ ਬਣਾਉਣਾ, ਉਹ ਇੱਕ ਐਕਸਟ੍ਰੀਮ ਸਟੈਪ ਸੀ ਮੈਂ ਸਮਝਦਾ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਸਾਡਾ ਉਹ ਹੈਗਾ ਖਾਲਿਸਤਾਨ ਦੀ ਡਿਮਾਂਡ ਪਿੱਛੇ ਜਾਏ ਕੀ 2-4 ਦਿਨ ਪਹਿਲਾਂ ਆਪਾਂ ਇਹਦਾ ਸਮਰਥਨ ਕਰਦੇ ਹਾਂ ਜਾਂ ਇਹਦੇ ਬਾਰੇ ਕੋਈ ਨਹੀਂ। ਦੇਖੋ, ਮੈਂ ਕੱਲ੍ਹ ਵੀ ਬਿਆਨ ਦੇ ਚੁੱਕਿਆ ਇਸ ਤੇ ਦੁਬਾਰਾ ਉਹ ਗੱਲ ਕਰਨ ਦੀ ਨਹੀਂ। ਵੀ ਗੱਲ ਇਹ ਹੈ ਵੀ ਅਸੀਂ ਕਿਹੋ ਜਿਹੇ ਮਾਹੌਲ ਵਿੱਚੋਂ ਲੰਘ ਰਹੇ ਹਾਂ ਤੇ ਉਸ ਸਮੇਂ जब असी पिछला समा भी देखा भी पंजाब किहड़े दौर चों लंघिया
ਤੇ ਇਹ ਮੈਂ ਨਹੀਂ ਸਮਝਦਾ ਵੀ ਸਮਾਂ ਹੈ ਵੀ ਅਸੀਂ ਇਹੋ ਜਿਹੀ ਗੱਲ ਕਰੀਏ। ਸਾਨੂੰ ਇਹ ਕਹਿ ਦੇਣਾ ਵੀ ਜੇ ਸਾਨੂੰ ਦੇ ਦੇਣਗੇ, ਦੇਣ ਨੂੰ ਤਾਂ ਸਾਨੂੰ ਕੋਈ ਕੇਂਦਰ ਦੀ ਸਰਕਾਰ ਬਥੇਰੀ ਹੈ, ਸਾਨੂੰ ਚੰਡੀਗੜ੍ਹ ਤਾਂ ਦੇਣ ਨੂੰ ਤਿਆਰ ਨਹੀਂ, ਪੰਜਾਬ ਪਾਣੀ ਤਾਂ ਦੇਣ ਨੂੰ ਤਿਆਰ ਨਹੀਂ। ਅਸੀਂ ਮੰਗੀ ਜਾਂਦੇ ਹਾਂ ਵੀ ਜੇ ਦੇ ਦੇਣ, ਐ ਨਹੀਂ ਕੋਈ ਦਿੰਦਾ ਹੁੰਦਾ। ਇਹ ਤਾਂ ਮਤਲਬ ਇਸ ਬਿਆਨ ਨਾਲ ਸਮਾਂ ਭੰਬਲ ਭੂਸਾ ਜ਼ਿਆਦਾ ਪਿਆ ਹੈਗਾ ਰਾਤ ਦਿਨ। ਹਾਂਜੀ, ਬੇਲੋੜੀ ਸਟੇਟਮੈਂਟ ਸੀ। ਹਾਂ, ਆਈ ਥਿੰਕ ਇਟ ਵਾਸ ਅਵੋਇਡੇਬਲ। ਤੁਹਾਡਾ ਕਿਆ ਤੁਹਾਨੂੰ ਲੱਗ ਰਿਹਾ ਕਿ ਇਹਦੇ ਮਗਰ ਕਿਸੇ ਬਿਆਨ ਦੇਣ ਦੇ ਵਿੱਚ ਕਿਸੇ ਦਾ ਕੁਛ? ਦੇਖੋ, ਮੈਂ ਕਿਉਂਕਿ ਦੇਖੋ ਇਹ ਸਿੰਘ ਸਾਹਿਬ ਦੇ ਨਾਲ ਸੰਬੰਧਿਤ ਹੈ, ਮੈਂ ਜੇ ਉਹਨਾਂ ਤੇ ਸਿੱਧਾ ਕਿੰਤੂ ਪ੍ਰੰਤੂ ਕਰਨਾ ਵੀ ਉਹ ਕਿਸੇ ਦੇ ਕਹੇ ਤੋਂ ਕਰਦੇ ਵੀ ਉਚਿਤ ਨਹੀਂ ਹੋਏਗਾ। ਇਹ ਤਾਂ ਉਹ ਦੱਸ ਸਕਦੇ ਨੇ ਵੀ ਉਹ ਕੀ ਸੋਚੀ ਉਹਨੇ ਬਿਆਨ ਦਿੱਤਾ। ਮਤਲਬ ਇਹੋ ਜਿਹੀ ਗੱਲ ਤਾਂ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਬਾਅਦ ਵਿੱਚ ਉਹਨੂੰ ਕੋਈ ਇਹੀ ਜਿਹੀ ਨਾਲ ਹੀ ਦੇਖੋ, ਮੈਂ ਇਸ ਤੇ ਨਾ ਤਾਂ ਇਹ ਤੇ ਹਾਂ ਕਹਿ ਸਕਦਾ, ਨਾ ਇਹ ਤੇ ਨਾ ਕਹਿ ਸਕਦਾ। ਇਹ ਤਾਂ ਸਿੰਘ ਸਾਹਿਬ ਦੱਸ ਸਕਦੇ ਨੇ ਵੀ ਉਹਨਾਂ ਨੂੰ ਕਿਸੇ ਨੇ ਕਿਹਾ ਕਿ ਨਹੀਂ ਕਿਹਾ ਬਿਆਨ ਦੇਣ। ਮੈਂ ਤਾਂ ਉਹਤੇ ਟਿੱਪਣੀ ਤੇ ਨਾ ਹੀ ਮੈਂ ਸਿੰਘ ਸਾਹਿਬ ਤੇ ਕੋਈ ਸ਼ੰਕੇ ਖੜੇ ਕਰਨਾ ਚਾਹੁੰਦਾ। ਸਾਡੇ ਸਿਰਮੌਰ ਜਥੇਬੰਦੀ ਸੰਸਥਾ ਹੈ, ਉਹਦੇ ਮੁਖੀ ਨੇ ਉਹ। ਸਾਡਾ ਉਹਨਾਂ ਦਾ ਸਤਿਕਾਰ ਕਰਨਾ ਸਾਡੀ ਡਿਊਟੀ ਬਣਦੀ ਹੈ। ਤੇ ਪਰ ਜਿਹੜੀ ਗੱਲ ਸਾਡੀ ਭਾਵਨਾ ਉਹ ਵੀ ਵਿਅਕਤ ਅਸੀਂ ਕਰੀਏ। ਉਹਨਾਂ ਨੇ ਬਾਦਲ ਅਕਾਲੀ ਦਲ ਨੇ ਉਹਦੇ ਵਿੱਚ ਲਏ ਹੈ, ਜਿਹੜੀ ਉਹਨਾਂ ਨੇ ਬਣਾਈ ਆਰਗੇਨਾਈਜੇਸ਼ਨ, ਜੋ ਜਿਹੜੇ ਤੁਹਾਡੇ ਨਾਲ ਆ ਕੇ ਉਹਨਾਂ ਦਾ ਨਹੀਂ ਬੰਦਾ ਜਿਹੜੇ ਤੁਹਾਨੂੰ ਸਪੋਰਟ ਕਰ ਚੁੱਕੇ, ਜਿਹੜੀ ਉਹਨਾਂ ਨੇ ਕੱਲ੍ਹ ਅਨਾਉਂਸ ਕੀਤੀ ਹੈ, ਉਹਦੇ ਤਾਂ ਕੋਈ ਹੈ ਨਹੀਂ, ਉਹਨਾਂ ਤੇ ਤਾਂ ਕੀ ਲੈਣਾ। ਦੇਖੋ, ਗੱਲ ਇਹ ਹੈ, ਮੈਨੂੰ ਤਾਂ ਕੋਈ ਜਿਹੜੀ ਉਹਨਾਂ ਨੇ ਜਥੇ ਬਣਾਈ ਹੈ ਦੁਬਾਰੇ, ਉਹ 'ਚ ਕੋਈ ਨਵੀਂ ਚੀਜ਼ ਤਾਂ ਦਿਖੀ ਨਹੀਂ। ਸੇਮ ਓਲਡ ਵਾਈਨ ਐਂਡ ਨਿਊ ਬੋਟਲ। ਨਾ ਹੀ ਕੋਰ ਕਮੇਟੀ ਦੇ ਵਿੱਚ ਕੋਈ ਪ੍ਰੋਪਰ ਯੂਥ ਦੀ ਰਿਪਰੈਜ਼ੈਂਟੇਸ਼ਨ ਹੈ, ਨਾ ਹੀ ਬੈਕਵਰਡ ਕਲਾਸਿਸ ਦੀ ਪ੍ਰੋਪਰ ਰਿਪਰੈਜ਼ੈਂਟੇਸ਼ਨ ਹੈ, ਨਾ ਹੀ ਸ਼ਡਿਊਲ ਕਾਸਟ ਦੀ ਪ੍ਰੋਪਰ ਰਿਪਰੈਜ਼ੈਂਟੇਸ਼ਨ ਹੈ। ਤੇ ਇਸ ਕਰਕੇ ਇਹ ਜਿਹੜੀ ਹੈਗੀ ਹੈ, ਨਾ ਹੀ ਹਿੰਦੂਜ਼ ਦੀ ਜਿਹੜੇ ਕੋਈ ਪ੍ਰੋਪਰ ਰਿਪਰੈਜ਼ੈਂਟੇਸ਼ਨ ਹੈ। ਇੱਕ ਵੀ ਬੰਦਾ ਕੋਰ ਕਮੇਟੀ 'ਚ ਨਹੀਂ ਹੈ। ਮਿਨੋਰਟੀ 40% ਪੋਪੂਲੇਸ਼ਨ ਹੈ। ਸੋ ਇਹ ਹਾਂ, ਹੁਸ਼ਿਆਰਪੁਰ ਦਾ ਤਾਂ ਦੇਖੋ ਬਹੁਤ ਜਗ੍ਹਾ ਨੇ। ਡਿਸਟ੍ਰਿਕਟ ਦਾ ਤੁਸੀਂ ਛੱਡੋ, ਮੈਂ ਇਹ ਵੀ ਨਹੀਂ ਕਹਿੰਦਾ ਡਿਸਟ੍ਰਿਕਟ ਦੀ ਗੱਲ, ਪਰ ਗੱਲ ਇਹ ਵੀ ਜਿੱਥੇ ਅਸੀਂ ਬੈਠ ਕੇ ਡਿਸੀਜਨਸ ਲੈਣੀਆਂ ਨੇ, ਉੱਥੇ ਜਿਹੜੀਆਂ ਮੇਨ ਸਾਡੀਆਂ ਕਮਿਊਨਿਟੀਜ਼ ਨੇ ਉਹਨਾਂ ਦੀ ਨੁਮਾਇੰਦਗੀ, ਕਿਉਂਕਿ ਉਹ ਭਾਵਨਾ ਹਰ ਵਰਗ ਦੀ, ਆਪਦੇ ਵਰਗ ਦੀ ਤੱਕ ਬੰਦਾ ਗੱਲ ਕਰ ਸਕੇ ਨਾ। ਉੱਥੇ ਡਿਸੀਜਨ ਲੈਣੀਆਂ ਪਾਰਟੀ ਨੇ ਲੈਣੀਆਂ। ਸੋ ਉਹ ਕੋਈ ਇਹੀ ਜਿਹੀ ਗੱਲ ਨਹੀਂ ਕਰ ਸਕੇ ਜਿਹਦੇ ਨਾਲ ਲੋਕ ਸਭਾ ਉਤਸ਼ਾਹਿਤ ਹੋਣ। ਮੈਂ ਸਮਝਦਾ ਜਿਹੜੀ ਉਹਨਾਂ ਨੇ ਬਣਾਈ ਇਹਦੇ ਨਾਲ ਤਾਂ ਕਾਡਰ ਦੇ ਵਿੱਚ ਨਿਰਾਸ਼ਤਾ ਤੇ ਲੋਕਾਂ ਦੇ ਵਿੱਚ ਵੀ ਜਿਹੜਾ ਵਿਸ਼ਵਾਸ ਘਟੂਗਾ, ਵਧੂਗਾ। ਤੁਸੀਂ ਇਹ ਸਭ ਕਰੋਗੇ, ਉਹਨਾਂ ਦੇ ਇਲੈਕਸ਼ਨ ਹੈਗੇ ਆ, ਤੁਸੀਂ ਸਾਰੇ ਰਿਪਰੈਜ਼ੈਂਟੇਸ਼ਨ ਦਿਓਗੇ ਆਪਣੀ? ਹਾਂ, ਦੇਖੋ, ਅਸੀਂ ਜਦ ਵੀ ਸੈਟਅਪ ਹੋਊਗਾ, ਜਿਹੜੀ ਹੈ ਇਕੁਅਲ ਰਿਪਰੈਜ਼ੈਂਟੇਸ਼ਨ ਮੈਂ ਸਮਝਦਾ ਸਾਰਿਆਂ ਨੂੰ ਇਹ ਬਣਦੀ ਵੀ ਹੈ ਤੇ ਦਿੱਤੀ ਜਾਊ। ਇਲੈਕਸ਼ਨਸ ਤੱਕ ਤੁਹਾਨੂੰ ਲੱਗਦਾ ਕਿ ਤੁਹਾਡਾ ਇੰਨਾ ਟਾਈਮ ਹੋ ਜਾਏਗਾ ਕਿ ਯੂ ਕੈਨ ਫਾਈਟ ਦਾ ਇਲੈਕਸ਼ਨ ਨਹੀਂ, ਇੰਡੀਪੈਂਡੈਂਟ ਲੜਨੀ ਹੈ, ਕਿਵੇਂ ਲੜਨੀ ਹੈ, ਉਹ ਤਾਂ ਇਟ ਇਜ਼ ਟੂ ਅਰਲੀ ਟੂ ਸੇ, ਸਟਿਲ 1.5 year ਟੂ ਗੋ। ਬਟ ਅਸੀਂ ਜ਼ਰੂਰ, ਇਹ ਸਾਡੀ ਏਮ ਕੀ ਹੈ ਕਿ ਪੰਜਾਬ ਦੇ ਵਿੱਚ ਇੱਕ ਦੋਨੋਂ ਜੋ ਐਗਜ਼ਿਸਟਿੰਗ, ਚਾਹੇ ਅਕਾਲੀ ਬਾਦਲ ਦਲ ਤੇ ਭਾਜਪਾ ਹੈ, ਚਾਹੇ ਕਾਂਗਰਸ ਹੈ, ਇਹ ਦੋਨੋਂ ਕੰਬੀਨੇਸ਼ਨ ਤੋਂ ਲੋਕ ਦੁਖੀ ਨੇ। ਲੋਕ ਚੇਂਜ ਭਾਲਦੇ ਹੈ, ਪਰ ਉਹਨਾਂ ਨੂੰ ਇੱਕ ਵਾਇਬਲ ਆਲਟਰਨੇਟਿਵ ਜਿਹਦੇ ਤੇ ਲੋਕਾਂ ਦਾ ਵਿਸ਼ਵਾਸ ਬਣ ਸਕੇ, ਉਹ ਬਣਾਉਣ ਦੀ ਲੋੜ ਹੈ। ਪਹਿਲਾਂ ਅਸੀਂ ਜਿਹੜਾ ਹੈ ਆਪਦਾ ਸੰਗਠਨ ਨੂੰ ਮਜ਼ਬੂਤ ਕਰਾਂਗੇ, ਸਾਰਿਆਂ ਨੂੰ ਜਿਹੜਾ ਹੈ ਇਸ ਨੂੰ ਵੱਡਾ ਕਰਾਂਗੇ, ਤੇ ਉਸ ਤੋਂ ਬਾਅਦ ਫਿਰ ਅਸੀਂ ਜਿਹੜਾ ਹੈ ਕੀ ਪੰਜਾਬ ਦੇ ਸਮੀਕਰਨ ਬਣਦੇ ਆ, ਕੀ ਪੰਜਾਬ ਦੇ ਵਾਸਤੇ ਲਈ ਅਸੀਂ ਕਰ ਸਕਦੇ ਹਾਂ, ਪੰਜਾਬ ਦੇ ਚੰਗੇ ਬਿਹਤਰ ਭਵਿੱਖ ਵਾਸਤੇ, ਉਹ ਅਸੀਂ ਜ਼ਰੂਰ ਕਰਾਂਗੇ। ਢੀਂਡਸਾ ਸਾਹਿਬ, ਤੁਹਾਨੂੰ ਲੱਗਦਾ ਕਿ ਇਹਨਾਂ ਦਾ ਕਾਂਗਰਸ ਔਰ ਇਹਨਾਂ ਦਾ ਬੀਜੇਪੀ ਵਗੈਰਾ ਦਾ ਮਤਲਬ ਤੁਸੀਂ ਇਕੱਲੇ ਮੁਕਾਬਲਾ ਕਰ ਸਕੋਗੇ? ਦੇਖੋ, ਪਹਿਲੀ ਗੱਲ ਤਾਂ ਬੀਜੇਪੀ ਦਾ ਤਾਂ ਪਤਾ ਨਹੀਂ ਹਜੇ ਬੀਜੇਪੀ ਨੇ ਕੀ ਫੈਸਲਾ ਕਰਨਾ ਹੈ। ਕਾਂਗਰਸ ਤੇ ਜਿਹੜਾ ਬਾਦਲ ਦਲ ਹੈ, ਇਹ ਲੋਕਾਂ ਦੇ ਵਿੱਚੋਂ ਆਪਦਾ ਵਿਸ਼ਵਾਸ ਗਵਾ ਚੁੱਕੇ ਦੋਨੇ। ਇਹਦੇ ਨਾਲ ਮਾਈਂਡ ਹੀ ਹੈ ਨਾ ਭਾਈ ਸਾਹਿਬ, ਇਹ ਬੀਜੇਪੀ ਅਜੇ ਤੱਕ ਸਟੈਂਡ ਕਰ ਰਹੀ ਹੈ। ਅੱਜ ਹੈਗੀ ਹੈ, ਕੱਲ ਨੂੰ ਕੀ ਪਤਾ। ਦੇਖੋ, ਉਹ ਤਾਂ ਅੱਗੇ ਨਹੀਂ, ਮੈਂ ਕਿਹੜਾ ਵੱਖਰਾ ਕਹਿਣਾਗਾ। ਮੈਂ ਕਹਿਣਾ ਵੀ ਹੁਣ ਤੱਕ ਦੀ ਜੋ ਕਾਰਗੁਜ਼ਾਰੀ ਉਹ ਤਾਂ ਲੋਕ, ਪਰ ਬੀਜੇਪੀ ਨੂੰ ਵੀ ਨਾਲ ਲੈਣੀ ਹੈ ਕਿ ਇਕੱਲਾ ਅਕਾਲੀ ਦਲ ਕਾਂਗਰਸ ਦੀ ਗੱਲ ਕਰਦੀ ਹੈ।
ਤੇ ਉਹਨਾਂ ਨੂੰ ਛੱਡ- ਇੰਡੀਵਿਜੂਅਲ ਪਾਰਟੀਆਂ ਦੀ ਗੱਲ ਮੈਂ ਕਰਦਾ ਹੈਗਾ, ਕਾਂਗਰਸ ਤੇ ਬਾਦਲ ਦਲ ਨੂੰ ਛੱਡ ਕੇ ਅਸੀਂ ਪੰਜਾਬ ਦੇ ਭਲੇ ਲਈ ਕਿਸੇ ਨਾਲ ਵੀ ਸਮਝੌਤਾ ਪਰ ਕਰ ਸਕਦੇ ਬੀਜੇਪੀ ਨੂੰ ਬਾਹਰ ਰੱਖਦੇ ਕੇਖਾ ਦਾ ਜੇ ਉਹ ਸੈਪਰੇਟ ਜਿਹੜੀ ਐਂਟੀਟੀ ਹੈ। ਕੱਲ ਉਹ ਜੇ ਬਾਦਲ ਦਲ ਨਾਲ ਰਹਿੰਦੇ ਨੇ ਤਾਂ ਫਿਰ ਆਪਣੇ ਆਪ ਹੀ ਉਹ ਬਾਹਰ ਹੋ ਜਾਣਗੇ। ਪਰ ਸਾਡਾ ਜਿਹੜਾ ਮੇਨ ਹੈ ਦੋ ਧਿਰਾਂ ਨਾਲ ਨਹੀਂ ਸਰ, ਸਾਡੀ ਇਹਦੇ ਨਾਲ ਹੀ ਜੁੜਿਆ ਸਵਾਲ ਹੈ, ਜੇ ਬੀਜੇਪੀ ਉਹਨਾਂ ਨਾਲੋਂ ਨਾਤਾ ਤੋੜਦੀ ਆ ਤੇ ਕਿਆ ਤੁਸੀਂ ਇੰਟਰਸਟਿਡ ਹੋ ਬੀਜੇਪੀ ਨਾਲ ਗੱਠਜੋੜ ਕਰਨ ਦੇ ਜੇ ਇਦਾਂ ਦੇ ਹਾਲਾਤ ਬਣਦੇ ਆ? तो हो सकता है, कुछ भी हो सकता है, क्यों नहीं हो सकता। जे वो तोड़ते हैं तो देखो मेरे ही सानू मैं एक गल मैं तुहानू क्लीयर है भी पहली गल सिद्धांतां नाल कॉम्प्रोमाइज़ ना होवे। असीं आपदे जो साडा जिवें तुहानू मैं सिद्धांतां दी गल कीती भी जो श्रोमणी अकाली दल दी कोर आइडियोलॉजी है वो ते रह के जिहड़ा साडा उस कोर आइडियोलॉजी नूं मन के साडे नाल ਚੱਲਣ ਨੂੰ ਤਿਆਰ ਹੋਏਗਾ, ਅਸੀਂ ਹਰ ਕਿਸੇ ਵਾਸਤੇ ਨਾਲ ਚੱਲਣ ਨੂੰ ਤਿਆਰ ਹੈ। ਤੇ ਕਾਂਗਰਸ ਨਾਲ ਤਾਂ ਸਾਡੀ ਮੇਲ ਹੋ ਹੀ ਨਹੀਂ ਸਕਦੀ। ਸਾਰੀ ਗੱਲ ਹੈ ਨਾ, ਬੀਜੇਪੀ ਇਸ ਤਰ੍ਹਾਂ ਓਪਨ ਨਹੀਂ ਕਰ ਸਕਦੀ। ਇੱਕ ਪਾਸੇ ਤਾਂ ਆਪਾਂ ਸੈਂਟਰ ਦੀਆਂ ਪਾਲਿਸੀਜ਼ ਨੂੰ ਮੇਨ ਅਸੀਂ ਕਰ ਰਹੇ ਹਾਂ ਨਾ, ਕਿ ਚਾਹੇ ਜੋ ਵੀ ਦੇਖ ਮੇਰੀ ਗੱਲ ਸੁਣੋ ਕਿ ਕਿਸੇ ਇੱਕ ਡਿਸੀਜਨ ਨੂੰ ਇਸ ਪਾਲਿਸੀ ਨੂੰ ਕ੍ਰਿਟਿਸਾਈਜ਼ ਕਰਨਾ ਨਾਲ ਕੋਈ ਤੁਸੀਂ ਜਿਹੜਾ ਹੈ ਆਪਦੀ ਇਹ ਥੋੜਾ ਵੀ ਕਿਸੇ ਦੇ ਨਾਲੋਂ ਤੁਸੀਂ ਕ੍ਰਿਟਿਸਾਈਜ਼ ਨਹੀਂ ਕਰ ਸਕਦੇ। ਨਹੀਂ, ਪਰ ਇਹ ਵੀ ਤਾਂ ਹੈ ਨਾ ਕਿ ਜਿਹੜੀਆਂ ਜਿਨ੍ਹਾਂ ਨੇ ਐਡੇ ਵੱਡੀਆਂ ਹੁਣ ਉਹਨਾਂ ਦੇ ਲੈ ਲਈਆਂ, ਜਿਵੇਂ ਆਪਾਂ ਕਹਿ ਸਕਦੇ ਐਂਟੀ ਮਾਈਨੋਰਿਟੀਜ਼ ਉਹਨਾਂ ਨੇ ਸਟੈਂਡ ਲਏ ਹੈ, ਅਸੀਂ ਉਹਨਾਂ ਨੂੰ ਤਾਂ ਕ੍ਰਿਟਿਸਾਈਜ਼ ਕਰ ਹੀ ਰਹੇ ਹਾਂ। ਬਿਲਕੁਲ ਸਾਰੇ ਸਟੈਂਡ ਨੂੰ ਕ੍ਰਿਟਿਸਾਈਜ਼ ਕਰ ਰਹੇ ਨੋ ਵੀ ਆਰ how you can shake hands with such a party? it is too early to say that we are shaking hands or we are doing it। ਹਜੇ ਤਾਂ ਉਹ ਅਕਾਲੀ ਦਲ ਨਾਲ ਨੇ, ਅਸੀਂ ਤਾਂ ਹਜੇ ਕਿਹਾ ਵੀ ਸਾਡਾ ਦੇਖੋ ਇਨ ਫਿਊਚਰ what is going to happen I don't know। ਕੋਈ ਵੀ ਨਹੀਂ ਕਹਿ ਸਕਦਾ, ਕੋਈ ਵੀ ਨਹੀਂ ਕੁਝ ਕਹਿ ਸਕਦਾ। ਨਹੀਂ ਉਹ ਬਿਲਕੁਲ ਠੀਕ ਹੈ, ਟਾਈਮ ਆਉਣ 'ਤੇ ਸਾਰਾ ਕੁਝ ਹੋਊਗਾ। ਬਟ ਮੇਰਾ ਕਹਿਣ ਦਾ ਮਤਲਬ ਹੈ ਵੀ ਇਹਨਾਂ ਦੋ ਧਿਰਾਂ ਨਾਲ ਤਾਂ ਸਾਡਾ ਕੋਈ ਸਮਝੌਤਾ ਕਰਨ ਦਾ ਮਤਲਬ ਹੀ ਨਹੀਂ ਹੈ। ਤੇ ਬੀਜੇਪੀ ਨੇ ਜਿਹੜੇ ਡਿਸੀਜਨ ਲਿਆ 370 ਦਾ ਉਹਦੇ ਤੁਸੀਂ ਪਹਿਲਾਂ ਅਗੇਂਸਟ ਆ ਅੱਗੇ ਅਸੀਂ- ਅਕਾਲੀ ਦਲ ਦੇ ਸਿਧਾਂਤ ਦੇ ਤਾਂ ਮਤਲਬ ਨਹੀਂ ਅਸੀਂ ਮੇਰੀ ਗੱਲ ਸੁਣ ਲਓ, ਜਿਸ ਦਿਨ ਡਿਸੀਜਨ ਹੋਇਆ ਇਹ ਮੈਂ ਉਦੋਂ ਸ਼੍ਰੋਮਣੀ ਅਕਾਲੀ ਦਲ ਦਾ ਲੀਡਰ ਸੀ ਵਿਧਾਨ ਸਭਾ ਦੇ ਵਿੱਚ, ਸਾਡੀ ਅਕਾਲੀ ਦਲ ਦੀ ਡਿਸਕਸ਼ਨ ਹੋਈ, ਮੈਂ ਉੱਥੇ ਵੀ ਵਿਰੋਧ ਕੀਤਾ। ਤੁਸੀਂ ਕੋਈ ਉੱਥੇ ਜਿਹੜੇ ਐਗਜ਼ਿਸਟਿੰਗ ਐਮਐਲਏ ਨੇ ਪੁੱਛ ਸਕਦੇ ਕਿਸੇ ਨੂੰ, ਉਹ ਕਹਿੰਦੇ ਜੀ ਬੋਲਣਾ। ਮੈਂ ਕਿਹਾ ਆਈ ਐਮ ਨਾਟ ਐਗਰੀਏਬਲ ਵਿਦ ਦਿਸ, ਇਹ ਗਲਤ ਹੈ, ਇਹ ਸਾਡੀ ਆਈਡੀਓਲੋਜੀ ਦੇ ਉਲਟਾ ਹੈ। ਮੈਂ ਤਾਂ ਹੋਰ ਕੋਈ ਕਰੇ ਨਾ ਮੈਂ ਇਹਦਾ ਸਮਰਥਨ ਨਹੀਂ ਕਰ ਸਕਦਾ। ਸੋ ਵੀ ਆਰ ਵੈਰੀ ਕਲੀਅਰ, ਸਾਡੇ ਵਾਸਤੇ ਸਾਡੀ ਜੋ ਆਈਡੀਓਲੋਜੀ ਹੈ ਦੈਟ ਇਜ਼ ਫਸਟ, ਦੈਨ ਵੀ ਕੈਨ ਮੂਵ ਔਨ। ਜੇ ਸਾਡੀ ਕੋਈ ਉਹ ਇਸ਼ੂਜ਼ ਨੇ ਜਿਹੜੇ ਕੋਈ ਵੀ ਐਕਸੈਪਟ ਕਰਦਾ, ਕੱਲ੍ਹ ਸਿਚੁਏਸ਼ਨ ਚੇਂਜ ਹੁੰਦੀ ਹੈ, ਕੋਈ ਵੀ ਕਹੇ ਵੀ ਹਾਂ ਅਸੀਂ ਇਹ ਗੱਲਾਂ ਮੰਨਣ ਨੂੰ ਤਿਆਰ ਹਾਂ। ਇੱਕ ਟਸਨਾ ਜਿਹੜੇ ਉਹਨਾਂ ਰੀਸੈਂਟਲੀ ਇਹਨਾਂ ਨੂੰ ਐਗਰੀਕਲਚਰ ਨੂੰ ਲੈ ਕੇ ਉਹਨਾਂ ਨੇ ਕੀਤੇ ਆਰਡੀਨੈਂਸ ਜਾਂ ਹੋਰ ਕੀ ਉਹਨਾਂ ਬਾਰੇ ਤੁਹਾਡਾ ਕੀ ਸਟੈਂਡ ਹੈ? I feel they are not good for ਪੰਜਾਬ ਫਾਰਮਰ। ਪੰਜਾਬ ਫਾਰਮਰ ਦੇ ਇੰਟਰਸਟ ਦੇ ਅਗੇਂਸਟ ਨੇ। ਉਹ ਦੂਜੇ ਸੂਬਿਆਂ ਵਾਸਤੇ ਫਾਇਦੇਮੰਦ ਹੋ ਸਕਦੇ ਜਿੱਥੇ ਇਨਫਰਾਸਟ੍ਰਕਚਰ ਨਹੀਂ ਹੈ, ਪਰ ਪੰਜਾਬ ਦੇ ਫਾਰਮਰ ਲਈ ਇੱਕ ਤਾਂ ਪ੍ਰਾਈਵੇਟਾਈਜੇਸ਼ਨ ਜਿਹੜੀ ਹੈ ਉਹ MSP ਨੂੰ ਖਤਮ ਕਰਨ ਵੱਲ ਜਾ ਸਕਦੀ ਹੈ। ਦੂਜਾ ਪੰਜਾਬ ਗਵਰਨਮੈਂਟ ਦੇ ਜਿਹੜੇ ਰਿਸੋਰਸਿਸ ਨੇ ਉਹ ਵੀ ਇਫੈਕਟ ਹੋਣਗੇ ਇਸ ਡਿਸੀਜਨ ਦੇ ਨਾਲ। ਤੇ ਐਂਡ ਸੈਕੰਡਲੀ ਇਹ ਜਿਹੜਾ ਹੈ ਸਾਡੀ ਜੋ ਸਟੇਟਸ ਦੀ ਡਿਸੀਜਨ ਮੇਕਿੰਗ ਪਾਵਰ ਹੈਗੀ ਹੈ ਉਹਦੇ 'ਤੇ ਵੀ ਇਹਨਾਂ ਦਾ ਕਿਤੇ ਨਾ ਕਿਤੇ ਇਨਫਰਿੰਜਮੈਂਟ ਹੈ, ਬਿਕੋਜ਼ ਅਲਟੀਮੇਟਲੀ ਦ ਸਟੇਟ ਸ਼ੁੱਡ ਡਿਸਾਈਡ ਵੀ ਪ੍ਰਾਈਵੇਟ ਜਿਹੜਾ ਇਹ ਮੰਡੀਕਰਨ ਹੈ ਇਹਦੇ ਵਿੱਚ ਪ੍ਰਾਈਵੇਟ ਸੈਕਟਰ ਹੋਵੇ ਕਿ ਨਾ ਹੋਵੇ, ਕੀਪਿੰਗ ਇਨ ਵਿਊ देयर ओन ਇੰਟਰਸਟ। ਕੰਕਰੈਂਟ ਲਿਸਟ ਵਿੱਚ ਆਉਂਦੇ ਆ ਇਨਫ੍ਰਿੰਜਮੈਂਟ ਤਾਂ ਹੋਣੀ ਹੈ ਜਿਹੜੇ ਨਹੀਂ ਕੰਕਰੈਂਟ ਦੇ ਵਿੱਚ ਦੇ ਕੁਡ ਹੈਵ ਗਿਵਨ, ਜਿਵੇਂ ਹੋਰ ਨਾ ਦੇ ਕੁਡ ਹੈਵ ਮੇਡ ਅ ਡਰਾਫਟ ਐਂਡ ਸਰਕੂਲੇਟਡ ਟੂ ਦ ਸਟੇਟਸ ਟੂ ਅਡਾਪਟ ਦ ਡਰਾਫਟ ਐਜ਼ ਪਰ ਦੇयर ਨੀਡਸ। ਜਿਹੜੀ ਸਟੇਟ ਅਡਾਪਟ ਕਰਨਾ ਚਾਹੁੰਦੀ ਕਰ ਲੈਂਦੀ, ਨਹੀਂ ਕਰਨਾ ਚਾਹੁੰਦੀ ਨਾ ਕਰ ਲੈਂਦੀ। ਯੂ ਸ਼ੁੱਡ ਫੋਰਸ ਦੈਮ ਔਨ ਦ ਸਟੇਟਸ। ਜੇ ਕਿਸੇ ਸਟੇਟ ਜਿਵੇਂ ਹੁਣ ਬਿਹਾਰ UP ਹੈ ਉੱਥੇ ਇਨਫਰਾਸਟ੍ਰਕਚਰ ਨਹੀਂ ਹੈ, ਮੇਬੀ ਦੇ ਆਰ ਹੈਪੀ ਟੂ ਅਡਾਪਟ ਇਟ ਬਿਕੋਜ਼ ਉਹਦੇ ਨਾਲ ਇਨਫਰਾਸਟ੍ਰਕਚਰ ਕ੍ਰੀਏਟ ਹੋ ਜਾਏਗਾ ਉਹਨਾਂ ਸੂਬਿਆਂ 'ਚ। ਮੱਧ ਪ੍ਰਦੇਸ਼ ਹੋਰ ਸੂਬੇ ਨੇ ਤੇ ਜਿਹੜੇ ਕਰਨਾ ਚਾਹੁੰਦੇ ਨੇ ਅਡਾਪਟ ਕਰਨ, ਪਰ ਉਹਨੂੰ ਫੋਰਸਫੁਲੀ ਸਾਰੇ ਸਟੇਟਸ ਨੂੰ ਲਾਗੂ ਕਰਨ ਲਈ ਜਿਹੜਾ ਹੈ ਨਾ ਇਹ ਕੀਤਾ ਜਾਵੇ। ਤੇ MSP ਦੇ ਉੱਤੇ ਦੇ ਸ਼ੁੱਡ ਜਿਹੜੀਆਂ ਲੋਕਾਂ ਦੀਆਂ ਜਿਹੜੀਆਂ ਨੇ ਫੀਅਰਸ ਹੈਗੇ ਨੇ ਵੀ MSP ਖਤਮ ਹੋ ਗਈ, ਦੇ ਸ਼ੁੱਡ ਕਲੀਅਰ ਕੱਟ ਐਡਰੈਸ ਦੋਜ਼ ਇਸ਼ੂਜ਼। ਜੀ ਬਿਲਕੁਲ, ਅਸੀਂ ਮੈਂ ਸਮਝਦਾ ਅਸੀਂ ਮੈਮੋਰੈਂਡਮ ਵੀ ਦੇ ਕੇ ਆਏ ਹਾਂ ਪਰਸੋਂ ਡਿਪਟੀ ਕਮਿਸ਼ਨਰਸ ਨੂੰ ਸਾਡੇ ਸੰਗਰੂਰ ਤੇ ਬਰਨਾਲੇ। ਉੱਥੇ ਹੀ ਕਿਹਾ ਵੀ ਪਹਿਲੀ ਗੱਲ ਤਾਂ ਇਹਨਾਂ ਆਰਡੀਨੈਂਸ ਨੂੰ ਰਿਪੀਲ ਕੀਤਾ ਜਾਵੇ, ਨਹੀਂ ਵਿਡਰਾਅ ਕੀਤਾ ਜਾਵੇ, ਜਾਂ ਫਿਰ
ਜਿਹੜਾ ਹੈ ਇਹਦੇ ਵਿੱਚ ਕਿਸਾਨ ਜਥੇਬੰਦੀਆਂ ਨਾਲ ਸਟੇਟ ਗਵਰਨਮੈਂਟਸ ਨਾਲ ਡਿਸਕਸ਼ਨ ਕਰਕੇ ਜੋ ਅਮੈਂਡਮੈਂਟਸ ਕਰਨ ਦੀ ਲੋੜ ਹੈ ਉਹ ਅਮੈਂਡਮੈਂਟਸ ਕੀਤੀਆਂ ਜਾਣ। ਅਸੀਂ ਕੋਈ ਜਿਹੜੀ ਹੈ ਰਿਫਾਰਮ ਦੇ ਅਗੇਂਸਟ ਨਹੀਂ ਹੈਗੇ, ਬਟ ਇਫ ਦੋਜ਼ ਰਿਫਾਰਮਸ ਹਾਰਮ ਦ ਇੰਟਰਸਟ ਆਫ ਆਰ ਫਾਰਮ ਕਮਿਊਨਿਟੀ ਤਾਂ ਦੈਨ ਵੀ ਆਰ ਨਾਟ ਟੋਟਲੀ ਅਗੇਂਸਟ ਦਿਸ। ਗਠਬੰਧਨ ਹੈ ਜਿਹਦੇ ਇਕੱਠੇ ਰਹਿੰਦੇ ਆ, ਕਾਂਗਰਸ ਹੈ। ਦੇਖੋ ਮੈਂ ਤਾਂ ਤੁਹਾਨੂੰ ਕਹਿਤਾ ਵੀ ਕਿਸੇ ਨਾਲ ਵੀ ਆਉਣ ਵਾਲੇ ਸਮੇਂ 'ਚ ਵੀ ਆਰ ਓਪਨ। ਅੱਜ ਕਹਿਣਾ ਅੱਜ ਕਰ ਹੋ ਸਕਦਾ ਇਕੱਲੇ ਵੀ ਲੜ ਲਈਏ, ਇਹ ਜ਼ਰੂਰੀ ਨਹੀਂ ਅਸੀਂ ਕਰਨੀ ਹੈ ਵੀ ਯਾਰ ਬੀਜੇਪੀ ਨਾਲ ਕਰਨਾ। ਦੀਜ਼ ਆਰ ਆਈ ਐਮ ਸੇਇੰਗ ਦੈਟ ਆਈ ਡੋਂਟ ਰੂਲ ਆਊਟ ਐਨੀਥਿੰਗ। ਮੇਰਾ ਸਿਰਫ ਕਹਿਣ ਦਾ ਮਤਲਬ ਇਹ ਹੈ ਵੀ ਆਈ ਡੋਂਟ ਰੂਲ ਆਊਟ ਐਨੀਥਿੰਗ। ਪੋਲਿਟਿਕਸ ਇਜ਼ ਐਨੀਥਿੰਗ ਇਜ਼ ਪੋਸੀਬਲ ਇਨ ਪੋਲਿਟਿਕਸ, ਤੁਹਾਨੂੰ ਵੀ ਪਤਾ ਹੈਗਾ। ਸੋ ਬਟ keeping in view the interests of our state and the core ideology of Akali Dal, we will take the decisions whichever are good for us. ਸਰ ਕੁਐਸਚਨ ਜੇਕਰ ਤੁਹਾਡੀ ਕਿਸੇ ਨਾਲ ਅਲਾਈਅੰਸ ਨਹੀਂ ਹੁੰਦਾ, ਕਿਸੇ ਨੂੰ ਵੀ ਅਲਾਈਅੰਸ ਨਹੀਂ ਹੁੰਦਾ, ਤੁਸੀਂ ਸਾਰੀਆਂ ਸੀਟਾਂ ਦੇ 17 ਦੇ ਇਲੈਕਸ਼ਨ ਲੜੋਗੇ? ਹੋ ਸਕਦਾ ਲੜ ਲਈਏ। ਅੱਜ ਦੇਖੋ ਮੈਂ ਤੁਹਾਨੂੰ ਕਹਿਣਾ ਵੀ ਅੱਜ ਕਹਿ ਦਈਏ ਵੀ ਅਸੀਂ 117 ਤੇ ਲੜਾਂਗੇ, ਇਹ ਟੂ ਪ੍ਰੀਮੈਚੁਰ ਹੈ। 1.5 ਸਾਲ ਦੀ ਹਜੇ ਸਮਾਂ ਹੈ। ਅਸੀਂ ਮੌਕੇ ਦੇ ਉੱਤੇ ਜੋ ਹਾਲਾਤ ਹੋਣਗੇ ਉਹਨਾਂ ਨੂੰ ਦੇਖ ਕੇ ਜੋ ਵੀ ਮੌਕੇ ਤੇ ਫੈਸਲੇ ਕਰਨ ਦੀ ਹੋਏ ਉਹ ਕਰਾਂਗੇ। ਇਹਦਾ ਕੋਈ ਫਾਇਦਾ ਹੋਣਾ ਜਿਸ ਤਰ੍ਹਾਂ ਖਾਲੀ ਹੋਇਆ ਜਾਂ ਜਿਸ ਤਰ੍ਹਾਂ ਇਹਨਾਂ ਦੇ ਨਹੀਂ, ਬਟ ਦੇਖੋ ਇਹਨਾਂ ਨੇ ਔਸਟੈਰਿਟੀ ਮੈਜਰਸ ਜੋ ਲਏ ਨੇ, ਇਹ ਇਜ਼ ਜਸਟ ਲਿਪ ਸਰਵਿਸ। ਦੇ ਹੈਵ ਨਾਟ ਡਰਾਨ ਅ ਕੰਕਰੀਟ ਰੋਡ ਮੈਪ ਵੀ ਕਿੱਥੇ ਕਿੱਥੇ ਕਾਸਟ ਕਟਿੰਗ ਕਰਨੀ ਹੈ। ਮਤਲਬ ਇਹ ਆਈਡੈਂਟੀਫਾਈ ਤਾਂ ਕਰਨਾ ਵੀ ਇੱਥੇ ਇੱਥੇ ਅਸੀਂ ਆਪਦੇ ਐਕਸਪੈਂਡੀਚਰ ਘੱਟ ਕਰਨਾ ਹੈ। ਐਕਸਪੈਂਡੀਚਰ ਘੱਟ ਕਰਨ ਵਾਲਾ ਤਾਂ ਕੋਈ ਵੀ ਉਹ ਨਹੀਂ ਹੈ। ਮੈਨੂੰ ਤਾਂ ਸਰਕਾਰੀਆਂ ਕਾਰਾਂ ਵੀ ਉਵੇਂ ਭੱਜੀਆਂ ਤੁਰੀਆਂ ਫਿਰਦੀਆਂ ਨੇ ਤੇ ਅਫਸਰਾਂ ਦਾ ਵੀ ਉਵੇਂ ਜਿਹੜਾ ਖਰਚੇ ਚੱਲ ਰਹੇ ਨੇ, ਇਹਨਾਂ ਦੀਆਂ ਵੀ ਜਿਹੜੀਆਂ ਨੇ ਉਵੇਂ ਮਿਨਿਸਟਰ ਦਾ ਵੀ ਉਵੇਂ ਚੱਲ ਰਿਹਾ ਹੈਗਾ। ਸੋ ਮੈਨੂੰ ਤਾਂ ਲੱਗ ਨਹੀਂ ਰਿਹਾ ਕਿਤੇ ਇਹ ਸਿਰਫ ਇੱਕ ਮੈਨੂੰ ਦਾ ਕਹਿਣ ਦੀ ਗੱਲ ਕਹਿਤੀ ਵੀ ਅਸੀਂ ਕਰਾਂਗੇ। ਇੱਕ ਵੀ ਸਟੈਪ ਉਹਨਾਂ ਨੇ ਲਿਖਿਆ ਵੀ ਅਸੀਂ ਕਿੱਥੇ ਕਾਸਟ ਕਟਿੰਗ ਕਰਨੀ ਹੈ। ਅਲਟੀਮੇਟਲੀ ਦੇ ਵਿਲ ਹੈਵ ਟੂ ਰਿਡਿਊਸ ਦ ਬਜਟ। ਕਿਤੇ ਨਾ ਕਿਤੇ ਬਜਟਸ ਘੱਟ, ਉਹ ਬਜਟ ਨੋਟੀਫਾਈ ਕਰਨਾ ਪੈਂਦਾ। ਫਾਈਨੈਂਸ ਲਿਖ ਕੇ ਭੇਜੂਗਾ ਵੀ ਤੁਹਾਡਾ ਬਜਟ ਨੂੰ ਰਿਡਿਊਸ ਕਰਕੇ ਇੰਨਾ ਕਰ ਦਿੱਤਾ ਗਿਆ। ਨਾ ਹੀ ਫਾਈਨੈਂਸ ਨੇ ਕੋਈ ਨੋਟੀਫਿਕੇਸ਼ਨ ਕੀਤੀ ਹੈ ਬਜਟਸ ਦੇ ਵਿੱਚ ਕੱਟ ਲਾਉਣ ਲਈ। ਤੇ ਮੈਨੂੰ ਤਾਂ ਕੋਈ ਇਹਦਾ ਲੱਗ ਨਹੀਂ ਰਿਹਾ, ਸਿਰਫ ਇਹ ਲੋਕਾਂ ਨੂੰ ਮਤਲਬ ਸਿਰਫ ਸ਼ਾਂਤ ਕਰਨ ਵਾਸਤੇ ਕਰ ਰਹੇ ਨੇ। ਚੱਲ ਰਹੇ ਹੈਗੇ ਆ ਵੀ ਜਾਣ ਬੁੱਝ ਕੇ ਜਾਂ ਇਹਨਾਂ ਨੂੰ ਆਪਾਂ ਕਰ ਰਹੇ ਹਾਂ ਕਿ ਇੱਕ ਤਾਂ ਮੇਰਾ ਮੰਨਣਾ ਹੈ ਜੀ ਵੀ ਇੱਕ ਪੰਜਾਬ ਦੇ ਵਿੱਚ ਇਹ ਫਿਗਰ ਨੂੰ ਸਪਰੈਸ ਕਰਨ ਲਈ ਗਵਰਨਮੈਂਟ ਇਜ਼ ਅਵੋਇਡਿੰਗ ਜਿਹੜੀ ਹੈ ਲਾਰਜ ਸਕੇਲ ਟੈਸਟਿੰਗ, ਰੈਂਡਮ ਸੈਂਪਲਿੰਗ ਟੈਸਟਿੰਗ। ਇਹ ਜਾਣ ਕੇ ਨਹੀਂ ਕਰਦੇ ਵੀ ਜੇ ਕਿਤੇ ਜ਼ਿਆਦਾ ਕੇਸਿਸ ਆ ਗਏ ਤਾਂ ਕਿਤੇ ਇੱਕ ਫੀਅਰ ਨਾ ਹੋ ਜਾਏ ਜਾਂ ਡਰ ਨਾ ਹੋ ਜਾਏ ਜਾਂ ਜੋ ਵੀ ਵਾਟ ਐਵਰ, ਔਰ ਦੇ ਪਰਪਸਲੀ ਵਾਂਟ ਟੂ ਹਾਈਡ ਦੈਮ। ਅਤੇ ਮੈਨੂੰ ਇਹ ਨਹੀਂ ਦਿਖ ਰਿਹਾ ਵੀ ਇਹ ਪ੍ਰੋਪਰ ਟੈਸਟਿੰਗ ਵੀ ਨਹੀਂ ਹੋ ਰਹੀ। ਅਤੇ ਨਾਲੇ ਆਈ ਫੀਅਰ ਵੀ ਦੈਟ ਦਿਸ ਮੇ ਐਕਸਪਲੋਡ ਇਨ ਫਿਊਚਰ। ਹੁਣ ਇਹ ਕਿ ਕਿਤੇ ਵਿਸਫੋਟ ਵੀ ਰੂਪ 'ਚ ਨਾ ਇਹ ਚਲੇ ਜਾਵੇ ਜਿਸ ਤਰੀਕੇ ਦੇ ਨਾਲ ਇਹ ਹੋ ਰਿਹਾ ਹੈ। ਹੁਣ ਤਾਂ ਗਵਰਨਮੈਂਟ ਦੀਆਂ ਗਾਈਡਲਾਈਨਸ ਵੀ ਪ੍ਰੋਪਰ ਨਹੀਂ ਫੋਲੋ ਹੋ ਰਹੀਆਂ, ਕਿਤੇ ਵੀ ਨਹੀਂ ਫੋਲੋ ਹੋ ਰਹੀਆਂ। ਅਸੀਂ ਤਾਂ ਜਾਣਦੇ ਹਾਂ ਹੁਣ ਭੋਗਾਂ 'ਤੇ ਵੀ 100 ਬੰਦਾ ਹੁੰਦਾ ਹੈਗਾ, ਵਿਆਹਾਂ 'ਤੇ ਵੀ 50-100 ਬੰਦੇ ਤਾਂ ਆਰਾਮ ਨਾਲ ਹੀ ਹੁੰਦੇ ਨੇ। ਅਤੇ ਗਵਰਨਮੈਂਟ ਨੂੰ ਜਿਹੜੀਆਂ ਨੇ ਸਟ੍ਰਿਕਟਲੀ ਜਿਹੜੀਆਂ ਗਾਈਡਲਾਈਨਸ ਇੰਪਲੀਮੈਂਟ ਕਰੇ। ਮੇਰਾ ਮੈਂ ਪੁੱਛਣਾ ਚਾਹ ਰਹੀ ਜਿਵੇਂ ਇਹਨਾਂ ਨੂੰ ਫੰਡ ਮਿਲਦੇ ਆ ਟੈਸਟਿੰਗ ਲਈ ਕੋਵਿਡ ਨੂੰ ਲੈ ਕੇ ਹੋਏ, ਉਹਦੇ ਵਿੱਚ ਤਾਂ ਨਹੀਂ ਕੋਈ ਅੰਬੈਜ਼ਲ ਕਰਨ ਵਾਸਤੇ ਤਾਂ ਨਹੀਂ ਹੈ ਫਿਗਰਸ ਨੂੰ ਜਿਹੜੇ ਡਿਸਟੋਰਟ ਕਰਕੇ ਬੈਠੇ। ਇੰਬੈਜ਼ਲਮੈਂਟ ਦੇਖੋ ਪੋਸੀਬਿਲਿਟੀ ਤਾਂ ਹਮੇਸ਼ਾ ਰਹਿੰਦੀ ਹੈ, ਬਟ ਅੱਜ ਦੀ ਡੇਟ 'ਚ ਮੈਂ ਹਜੇ ਇਹਦੇ 'ਤੇ ਕੁਝ ਨਹੀਂ ਕਹਿਣਾ ਚਾਹਾਂਗਾ ਵੀ ਇੰਬੈਜ਼ਲਮੈਂਟ ਮਤਲਬ ਕਿਸੇ ਬਾਰੇ ਕਿਸੇ 'ਤੇ ਝੂਠੇ ਐਲੀਗੇਸ਼ਨ ਲਾਉਣ ਦਾ ਤਾਂ ਮੈਂ ਇਸ ਗੱਲ 'ਚ ਵਿਸ਼ਵਾਸ ਵੀ ਨਹੀਂ ਰੱਖਦਾ। ਪਰ ਇਹਨਾਂ ਨੂੰ ਜੋ ਇਨਫਰਾਸਟਰਕਚਰ ਕ੍ਰੀਏਟ ਕਰਨਾ ਚਾਹੀਦਾ ਸੀ ਉਹ ਅੱਜ ਤੱਕ ਨਹੀਂ ਤਿਆਰ ਕਰ ਸਕੇ। ਅਲਟੀਮੇਟਲੀ ਇਹ 2 ਮਹੀਨੇ ਸੀ, ਇਹਨਾਂ ਨੂੰ ਜੋ ਵੀ ਇਸ ਕੋਵਿਡ ਦੇ ਫਾਈਟ ਦੇ ਅਗੇਂਸਟ ਜੋ ਇਨਫਰਾਸਟਰਕਚਰ ਤਿਆਰ ਕਰ ਸਕਦੇ ਸੀ, ਜੋ ਪੈਸਾ ਇੱਧਰ ਲਾ ਸਕਦੇ ਸੀ, ਉਹ ਨਹੀਂ ਲਾਇਆ ਇਹਨਾਂ ਨੇ। ਇਹ ਅੱਜ ਤੱਕ ਨਹੀਂ ਦੱਸਦੇ ਵੀ ਕਿੰਨਾ ਪੈਸਾ ਲਾਇਆ ਹੈ। ਇਹ ਤਾਂ ਕਹਿੰਦੇ ਪੈਸੇ ਹੀ ਹੈ ਨਹੀਂ ਸੈਂਟਰ ਤੋਂ ਮੰਗਦੇ ਆ। ਸੈਂਟਰ ਨੇ ਤਾਂ ਮੇਰੀ ਗੱਲ ਸੁਣੋ,
GST ਕੰਪਨਸੇਸ਼ਨ ਵੀ ਦੇਤੀ, ਸੈਂਟਰ ਨੇ ਰੈਵਨਿਊ ਡੈਫਿਸਿਟ ਗ੍ਰਾਂਟ ਵੀ ਦੇਤੀ। ਨਹੀਂ ਪਰ ਮਿਲ ਗਈ ਹੈ। ਉਹ ਤਾਂ ਦੇਟ ਇਜ਼ ਕਮ 2000 ਕਰੋੜ GST ਕੰਪਨਸੇਸ਼ਨ ਵੀ ਆ ਗਈ, 600 500 600 ਕਰੋੜ ਰੁਪਇਆ ਰੈਵਨਿਊ ਡੈਫਿਸਿਟ ਗ੍ਰਾਂਟ ਵੀ ਆ ਗਈ। ਇਹ ਤਾਂ ਜਿੱਥੇ ਮਰਜ਼ੀ ਕਰ ਸਕਦੇ ਉਹਨੂੰ। ਫਿਰ ਗਵਰਨਮੈਂਟ ਆਫ ਇੰਡੀਆ ਨੇ ਇਹਨਾਂ ਨੂੰ ਸਪੈਸੀਫਿਕ ਇਹਦੇ ਵਾਸਤੇ ਵੀ ਪੈਸੇ ਦੇਤੇ ਕੋਵਿਡ ਲੜਾਈ ਲਈ। ਹੁਣ ਤਾਂ ਗਵਰਨਮੈਂਟ ਨੂੰ ਆਪ ਦੇਖਣਾ ਹੈਗਾ ਵੀ ਕਿੱਥੇ ਪ੍ਰਾਇਓਰਟੀਜ਼ ਇਹਨਾਂ ਨੇ ਸੈੱਟ ਕਰਨੀਆਂ। ਇਹ ਪ੍ਰਾਇਓਰਟੀ ਸੈੱਟ ਕਰਨਗੇ ਤਾਂ ਹੀ ਉੱਥੇ ਪੈਸਾ ਲੱਗੂਗਾ। ਕੋਈ ਵੀ ਮੈਨੂੰ ਨਹੀਂ ਦਿਖ ਰਿਹਾ ਵੀ ਹਸਪਤਾਲਾਂ 'ਚ ਮੈਂ ਗੱਲ ਕਰ ਦਾਂਗਾ ਵੀ ਯਾਰ ਤੁਹਾਨੂੰ ਹਸਪੀਟਲਸ ਨੂੰ ਕਿੰਨਾ ਕੁ ਫੰਡਿੰਗ ਹੋਈ ਹੈ, ਉਹ ਤਾਂ ਕਹਿੰਦੇ ਸਾਨੂੰ ਤਾਂ ਕੋਈ ਫਰਕ ਨਹੀਂ ਲੱਗ ਰਿਹਾ ਵੀ ਕਿਤੇ 4 ਸਿਲੰਡਰ ਆਕਸੀਜਨ ਦੇ ਭੇਜਦੇ ਹੋਣ ਜਾਂ PPE ਕਿਟਸ ਭੇਜਤੀਆਂ, ਉਹਦੇ ਨਾਲ ਤਾਂ ਤੁਸੀਂ ਲੜਾਈ ਨਹੀਂ ਲੜ ਸਕਦੇ ਇਕੱਲੇ ਦੇ ਨਾਲ। PPE ਕਿਟਸ ਦਾ ਇਹ ਚੀਜ਼ਾਂ ਤਾਂ ਸਾਰੀਆਂ ਹੀ ਲੋਕਾਂ ਨੇ ਇਹ ਤਾਂ ਵੈਸੇ ਹੀ ਦੇ ਦਿੱਤੀਆਂ ਲੋਕਾਂ ਨੇ, ਫ੍ਰੀ 'ਚ ਦੇ ਦਿੱਤੀਆਂ, ਪ੍ਰੋਵਾਈਡ ਕਰਾ ਦਿੱਤੀਆਂ ਜਿੰਨੀ ਲੋੜ ਵੀ ਹੈ। ਉਹਦੇ ਨਾਲ ਤਾਂ ਬਾਕੀ ਇਨਫਰਾਸਟ੍ਰਕਚਰ ਹਜੇ ਪ੍ਰੋਪਰ ਨਹੀਂ ਹੈਗਾ। SGPC ਨੇ ਤਾਂ ਚੋਣਾਂ ਨਹੀਂ ਹੋਈਆਂ ਬਹੁਤ ਚਿਰਾਂ ਤੋਂ, ਉਸ ਨੂੰ ਲੈ ਕੇ ਕੋਈ ਸਾਡਾ ਆਉਣ ਵਾਲੇ ਟਾਈਮ ਦੇ ਨਹੀਂ, ਅਸੀਂ ਅਪੀਲ ਕੀਤੀ ਹੈ ਜੀ ਕੇਂਦਰ ਨੂੰ ਵੀ ਸਮਾਂ ਹੋ ਗਿਆ ਵੀ ਇਹਨੂੰ ਜਿਹੜੀ ਹੈ ਕਮਿਸ਼ਨ ਬਿਠਾਈ ਜਾਵੇ ਜੀ ਤੇ ਨਾਲ ਹੀ ਜੇ ਇਹ ਨਹੀਂ ਹੁੰਦਾ ਤਾਂ ਫਿਰ ਅਸੀਂ ਹੋਰ ਦੇਖਾਂਗੇ ਵੀ ਕਿਵੇਂ। SGPC ਤਕਰੀਬਨ 10 ਸਾਲ ਹੋਣ ਵਾਲੇ ਹੈ, ਅਗਲੇ ਸਾਲ 10 ਸਾਲ ਹੋ ਜਾਣਗੇ ਜੀ। ਇਹ ਤਾਂ ਹੁਣ ਪੰਜਾਬ ਦੇ ਜਿਹੜੇ ਸਿੱਖ ਨੇ ਜਿਹੜੇ ਜਿਨ੍ਹਾਂ ਕੋਲ SGPC ਦੀ ਚੋਣ ਕਰਨ ਦਾ ਹੱਕ ਹੈ ਉਹਨਾਂ ਨਾਲ ਧੱਕਾ ਹੈਗਾ। 10-10 ਸਾਲ ਜੇ SGPC ਦੀ ਚੋਣ ਨਹੀਂ ਹੋਏਗੀ ਜੀ ਤਾਂ ਲੋਕ ਆਪਦੇ ਮਰਜ਼ੀ ਦੇ ਨੁਮਾਇੰਦੇ ਨਹੀਂ ਭੇਜ ਸਕਦੇ, ਤਾਂ ਫਿਰ ਇਸ ਤੋਂ ਵੱਡਾ ਕੀ ਨਿਆਂ ਹੋ ਸਕਦਾ ਹੈ। ਦੈਟ ਮੀਨਸ ਵੀ ਤੁਸੀਂ ਇਹ ਤਾਂ ਉਹਨਾਂ ਆਪਦੀ ਭਾਵਨਾ ਅਨੁਸਾਰ ਆਪਦੇ ਜਿਹੜੇ ਨੇ ਧਾਰਮਿਕ ਮਸਲੇ ਵੀ ਨਹੀਂ ਚਲਾ ਸਕਦੇ ਹੋ। ਫॉर ਇਲੈਕਸ਼ਨ ਉਹ ਛੇਤੀ ਉਹ ਨੋਟੀਫਾਈ ਕਰਿਆ ਜਾਵੇ। ਇਹ ਸਾਰੇ ਅਸੀਂ ਗੱਲ ਕਰਨੀ ਹੈ, ਸਾਡੇ ਸਾਥੀ ਨੇ, ਅਸੀਂ ਘਰ ਘਰ ਜਾਵਾਂਗੇ, ਪਿੰਡ ਪਿੰਡ ਜਾਵਾਂਗੇ, ਦੱਸਾਂਗੇ ਲੋਕਾਂ ਨੂੰ ਤੇ ਵੀ ਕੀ ਸਾਡਾ ਮਿਸ਼ਨ ਹੈ, ਕੀ ਅਸੀਂ ਚਾਹੁੰਦੇ ਹਾਂ ਪੰਜਾਬ ਵਾਸਤੇ, ਉਹ ਲੋਕਾਂ ਨੂੰ ਜਾਗਰਤ ਕਰਾਂਗੇ। ਤੇ ਅਸੀਂ ਚਾਹੁੰਦੇ ਹਾਂ ਵੀ ਅਸਲ ਜਿਹੜਾ ਅਕਾਲੀ ਦਲ ਜਿਹੜਾ ਜਿਸ ਭਾਵਨਾ ਨਾਲ 1920 ਸਥਾਪਿਤ ਹੋਇਆ ਸੀ ਉਹੀ ਦੁਬਾਰੇ ਅਕਾਲੀ ਦਲ ਖੜਾ ਹੋਵੇ। ਪਿੱਛੇ ਵੀ ਤੁਹਾਡਾ ਇੱਕ ਬਿਆਨ ਆਇਆ ਸੀ ਕਿ ਸਾਡੇ ਬਹੁਤ ਸਾਰੇ ਅਕਾਲੀ ਵਿਧਾਇਕ ਨੇ ਉਹਨਾਂ ਨੂੰ ਸਾਡੀ ਗੱਲਬਾਤ ਚੱਲਦੀ ਹੈ, ਬਟ ਇਹ ਤਾਂ ਵਿਸ਼ਵਾਸ ਅਕਾਲੀ ਆਗੂਆਂ ਨਾਲ, ਮੈਂ ਕਿਹਾ ਜੀ ਵਿਧਾਇਕਾਂ ਨਾਲ ਵੀ ਅਕਾਲੀ ਆਗੂਆਂ ਨਾਲ, ਜਦ ਮੇਰੀ ਅਕਾਲੀ ਆਗੂ ਨਾਲ ਸੀ ਚੱਲ ਰਹੀ ਹੈ। ਤੇ ਹੁਣ ਤਾਂ ਪਿੱਛੇ 4-3 ਮਹੀਨੇ ਤਾਂ ਕਰੋਨਾ ਹੀ ਰਹੀ। ਸੋ ਕਰੋਨਾ ਤਾਂ ਜਿਹੜਾ ਹੈ ਸਾਰਾ ਸਿਆਸੀ ਗਤੀਵਿਧੀਆਂ ਰੁਕੀਆਂ ਤੇ ਬਣਦੀਆਂ ਵੀ ਨਹੀਂ ਸੀ। ਅਗਲ ਸਾਡਾ ਫਸਟ ਪ੍ਰਾਇੋਰਟੀ ਹੈ ਵੀ ਜਿਹੜੀ ਹੈ ਸਿਹਤਯਾਬੀ ਸਾਰਿਆਂ ਦੀ ਤੇ ਸੇਫਟੀ। ਸੋ ਹੁਣ ਥੋੜ੍ਹਾ ਜਿਹਾ ਖੁੱਲ੍ਹਿਆ, ਮੈਨੂੰ ਤਾਂ ਇਹ ਵੀ ਨਹੀਂ ਪਤਾ ਹੁਣ ਕਿੰਨਾ ਚਿਰ ਖੁੱਲ੍ਹਾ ਰਹੇਗਾ ਇਹ, ਤੇ ਅਸੀਂ ਉਨੀ ਜਿੰਨੀ ਕੁ ਅਲਾਊਡ ਹੈ ਸਾਨੂੰ ਉਨੀ ਕੁ ਐਕਟੀਵਿਟੀ ਅਸੀਂ ਕਰ ਰਹੇ ਹਾਂ। E5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।